इस चैनल को सब्सक्राइब करें और घंटा दबाना ना भूलें। तौबा कर ले तू आजा गुनहगारा, ते वक्त अखीरी आ गया। तौबा कर ले तू आजा गुनहगारा, ते वक्त अखीरी आ गया। मौका तौबा दा नहीं मिलना दोबारा, ते वक्त अखीरी आ गया। मौका तौबा दा नहीं मिलना दोबारा, ते वक्त अखीरी आ गया। ਐਵੇਂ ਜ਼ਿੰਦਗੀ ਗੁਨਾਹ। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦਾ ਦਿਨ ਆਪ ਦੇ ਜੀਵਨ ਵਿੱਚ ਮੁਬਾਰਕ ਹੋਵੇ। ਅਸੀਂ 764 ਸੰਦੇਸ਼ ਦੇ ਉੱਤੇ ਅਸੀਂ ਪ੍ਰਾਰਥਨਾ ਦੇ ਵਿੱਚ ਜਾ ਕੇ ਉਸ ਦੇ ਮੂਲ ਮਹੱਤਵ ਨੂੰ ਸਮਝਾਂਗੇ। ਦਿਆਲੂ ਕਿਰਪਾਲੂ ਪ੍ਰੇਮੀ ਪਰਮੇਸ਼ਰ, ਅਸੀਂ ਧੰਨਵਾਦ ਕਰਦੇ ਹਾਂ ਆਪ ਦੇ ਇਸ ਸੁੰਦਰ ਵਚਨ ਦੇ ਲਈ ਜੋ ਆਪਨੇ ਸਾਡੇ ਜੀਵਨ ਦੇ ਲਈ ਹਰ ਦਿਨ ਦਾ ਮੰਨਾ ਸਾਡੇ ਆਤਮਿਕ ਜੀਵਨ ਨੂੰ ਉન્નਤ ਕਰਨ ਦੇ ਲਈ ਰੱਖਿਆ ਹੈ ਅਤੇ ਦਿੱਤਾ ਹੈ। ਜਦੋਂ ਅਸੀਂ ਤੇਰੇ ਇਸ ਆਤਮਿਕ ਮੰਨੇ ਨੂੰ ਪਰਮੇਸ਼ਰ ਪਿਤਾ ਪੜ੍ਹਦੇ ਹਾਂ ਔਰ ਇਸ ਨੂੰ ਆਪਣੇ ਜੀਵਨ ਵਿੱਚ ਪਹੁੰਚਾਉਂਦੇ ਹਾਂ ਤਾਂ ਇਸ ਦੀ ਗੁਣਤਾ ਅਤੇ ਗੁਣਵੱਤਾ ਸਾਡੇ ਜੀਵਨ ਦੇ ਵਿੱਚ तेरी आशीष बन के उमड़े और तेरा नाम उच्चा हो। इसलिए सुनने वाले ਅਤੇ बोलण वाले ਨੂੰ आप ਦੇ ਹੱਥਾਂ ਵਿੱਚ ਸੌਂਪ ਦਿੰਦੇ ਹਾਂ। आप ਦੇ ਆਤਮਾ ਦਾ ਪ੍ਰਕਾਸ਼ਨ ਸਾਡੇ ਵਿੱਚ आप ਦੀ ਦਿੱਤੀ ਹੋਈ ਬੁੱਧ ਸਮਝ ਅਤੇ ਗਿਆਨ ਦੇ ਨਾਲ ਹੋ ਸਕੇ। ਇਹ ਸਭੋ ਕੁਝ आप ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਹੁਕਮ ਆਮੇਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਹਿੱਸਾ ਲਿਆ ਹੈ ਉਹ ਲਿਆ ਹੈ ਮਤੀ ਰਚੇ ਸੁਸਮਾਚਾਰ ਉਸ ਦਾ 23 ਅਧਿਆਇ ਉਸ ਦੀ 37 ਅਤੇ 38 ਆਇਤਾਂ ਵਿੱਚ। ਇੱਥੇ ਲਿਖਿਆ ਹੈ, ਹੇ ਯਰੂਸ਼ਲਮ, ਤੂੰ ਨਬੀਆਂ ਨੂੰ ਕਤਲ ਕਰਦਾ ਅਤੇ ਉਹਨਾਂ ਨੂੰ ਜਿਹੜੇ ਤੇਰੇ ਕੋਲ ਘੱਲੇ ਗਏ ਪਥਰਾਓ ਕਰਦਾ ਹੈ। ਮੈਂ ਕਿੰਨੀ ਵਾਰੀ ਚਾਹਿਆ ਕਿ ਤੇਰੇ ਬਾਲਕਾਂ ਨੂੰ ਉਸ ਤਰ੍ਹਾਂ ਇਕੱਠਾ ਕਰਾਂ ਜਿਸ ਤਰ੍ਹਾਂ ਕੁੱਕੜੀ ਆਪਣੇ ਬੱਚਿਆਂ ਨੂੰ ਖੰਭਾਂ ਹੇਠ ਇਕੱਠਾ ਕਰਦੀ ਹੈ, ਪਰ ਤੁਸਾਂ ਨਾ ਚਾਹਿਆ। ਵੇਖੋ, ਤੁਹਾਡਾ ਘਰ ਤੁਹਾਡੇ ਲਈ ਉਜਾੜਿਆ ਜਾਂਦਾ ਹੈ। ਇਸ ਦਾ ਜੋ ਪਰਮੇਸ਼ਵਰ ਨੇ ਮੈਨੂੰ ਇਸ ਦਾ ਵਿਸ਼ਾ ਦਿੱਤਾ ਹੈ ਉਹ ਹੈ ਪ੍ਰਭੂ ਸਰਬੱਤ ਮਨੁੱਖ ਜਾਤੀ ਦੀ ਚਿੰਤਾ ਕਰਦਾ ਹੈ। ਅਸਲ ਵਿੱਚ ਵੇਖਿਆ ਜਾਵੇ ਤਾਂ ਪ੍ਰਭੂ ਇੱਥੇ ਆਪਣੇ ਲੋਕਾਂ ਨੂੰ ਤਾੜਦੇ ਹੋਏ ਰੋਂਦਾ ਹੈ। ਕਿਉਂ ਰੋਂਦਾ ਹੈ? ਕਿਉਂਕਿ ਉਹ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਨਾ ਚੱਲਣ ਵਾਲੇ ਨਾ ਸ਼ੁਕਰੇ ਮਨੁੱਖ ਸੀ। ਪਰਮੇਸ਼ਰ ਬਾਰ-ਬਾਰ 23 ਅਧਿਆਏ ਦੇ ਅਗਰ ਸ਼ੁਰੂ ਤੋਂ ਦੇਖੀਏ ਤਾਂ ਆਪਣੀ ਕੌਮ ਨੂੰ ਹਾਏ ਹਾਏ ਕਹਿੰਦਾ ਹੋਇਆ ਨਜ਼ਰ ਆਉਂਦਾ ਹੈ। ਇੱਥੇ ਦੂਸਰਾ ਪਲ ਨਜ਼ਰ ਆਉਂਦਾ ਹੈ, ਹੇ ਯਰੂਸ਼ਲਮ, ਹੇ ਯਰੂਸ਼ਲਮ। ਇੱਥੇ ਉਸ ਦੀਆਂ ਅੱਖੀਆਂ ਵਿੱਚੋਂ ਹੰਝੂ ਆ ਰਹੇ ਆ ਆਪਣੀ ਕੌਮ ਦੇ ਲੋਕਾਂ ਨੂੰ ਜੋ ਪਰਮੇਸ਼ਰ ਦੇ ਕੀਤੇ ਹੋਏ ਉਪਰਾਲੇ ਦੇ ਉੱਤੇ ਭਰੋਸਾ ਨਹੀਂ ਸੀ ਕਰ ਰਹੇ, ਜੋ ਪਰਮੇਸ਼ਰ ਨੇ ਉਹਨਾਂ ਦੇ ਜੀਵਨ ਦੇ ਲਈ ਕੀਤਾ ਉਸ ਦੇ ਉੱਤੇ ਉਹ ਧਿਆਨ ਨਹੀਂ ਸੀ ਦੇ ਰਹੇ। ਉਹ ਫਿਰ ਬੁੱਤ ਪ੍ਰਸਤੀਆਂ ਦੇ ਮਗਰ ਲੱਗੇ ਹੋਏ ਸੀ, ਫਿਰ ਪਰਮੇਸ਼ਰ ਦੇ ਹੁਕਮ ਦੀ ਉਲੰਘਣਾ ਕਰ ਰਹੇ ਸੀ, ਫਿਰ ਪਰਮੇਸ਼ਰ ਨੂੰ ਉਹ ਨਿੰਦਿਤ ਕਰ ਰਹੇ ਸੀ, ਉਹ ਪਰਮੇਸ਼ਰ ਦੇ ਵਿਰੁੱਧ ਕੰਮ ਕਰ ਰਹੇ ਸੀ ਜਿਸ ਤੋਂ ਪਰਮੇਸ਼ਰ ਨੂੰ ਘਿਣ ਆਉਂਦੀ ਹੈ। ਇਸ ਕਰਕੇ ਪਰਮੇਸ਼ਵਰ ਨੇ ਕਿਹਾ, ਹੇ ਯਰੂਸ਼ਲਮ, ਹੇ ਯਰੂਸ਼ਲਮ, ਤੂੰ ਨਬੀਆਂ ਦਾ ਕਤਲ ਕਰਦਾ। ਜਿੰਨੇ ਵੀ ਪਰਮੇਸ਼ਵਰ ਨੇ ਨਬੀ ਇਸਰਾਇਲ ਦੇ ਵਿੱਚ ਸੁਧਾਰਨ ਦੇ ਲਈ ਘੱਲੇ ਗਏ, ਜਿੰਨੇ ਵੀ ਪਰਮੇਸ਼ਵਰ ਦੇ ਦਾਸ ਇਸ ਧਰਤੀ ਦੇ ਉੱਤੇ ਪ੍ਰਚਾਰ ਕਰਨ ਘੱਲੇ ਗਏ, ਉਹਨਾਂ ਦਾ ਉਹਨਾਂ ਨੇ ਕਤਲ ਕਰ ਦਿੱਤਾ। ਉਸ ਨੂੰ ਚੰਗਾ ਨਾ ਸਮਝਿਆ।
मैं गल ये वचन क्यों लिया है? अज दे इस माहौल दे विच जदों मैं अपने आले दुआले मसीह लोकां दे विच परमेश्वर दे वाणी दी सिक्ख्या देखदा हाँ, बहुत ज़्यादा मिलावट आ गई। मिलावट का मतलब शारीरिक सुखां दे लई, शारीरिक बंधनां नूं अपने जीवन दे विचों दूर करन दे लई उन्हां लोकां ने संसार दे नाल समझौता कर लिया, कंप्रोमाइज़ कर लिया, जो परमेश्वर को पसंद है। अज मसीही समाज दे विच ब्याह किद्दां हो रहे, अज मसीही समाज दे विच तौबा किद्दां कीती जा रही है, अज मसीही समाज दे विच बपतिस्मा किद्दां दिता जा रहा, अज मसीही समाज दे विच विश्वासियों दे गल किद्दां घुट्टे जा रहे हैं, अज मसीही समाज दे विच विश्वासियों दे राही विश्वासियों नूं किवें सताया जा रहा है। ये वचन साफ रीति नाल बयान करता है। प्यारे असीस, अज जदों मैं एक पिंड दे विच गया तो उत्थे दे विश्वासियों ने दस्सिया कि इत्थे मौत हुई है ते वो लोग उच्ची उच्ची ढोल बजा के मसीह दे गाने गा रहे। अच्छी गल है, पर बाइबल दे विच लिखिया है, प्रभु ने कहा है, रोण वालियां दे नाल रोवो, दुखी जड़े आ उन्हां दे नाल अपने दुख नूं शांति दे नाल बदलो। पर असीं कर की रहे? यह है ज्ञान बिन मेरी प्रजा नाश होंदी है। जिन्हां गल्लां दा पता ही नहीं है, जिन्हां गल्लां दा बोध, इत्थों तक कि परमेश्वर दे वचन दा अध्ययन करने वाले भी इस तरह दे हो गए। मैं समझदा हाँ कि जो लोग अपने आले दुआले दे विच मसीह दे वचन दी अनुकूलता, मसीह दे वचन दी गंभीरता, मसीह दे वचन दी नियमत दे अनुसार उसकी सिक्ख्या नहीं अपनाउंदे आ, मैं उन्हां नूं सेवक नहीं, क्योंकि उन्हां दे जीवन च बुलाहट शब्द का मीनिंग ही नहीं। अगर उन्हां नूं पुछया जावे तुहाडे जीवन दे विच परमेश्वर ने की बुलाहट दित्ती है, उन्हां नूं पता नहीं जी। मैनूं इदां कहा सी, फलाने ने कहा सी, मैं उहदे मगर तुर पिया। अज मैं सुन रहा सी अपने एक भाई तो, किसी अंकल ने मैनूं इस तरह कहा, मैं उत्थे सेवा कर, बट परमेश्वर ने अपने वचन दे नाल की तैनूं अगवाई कीती है कि तू उत्थे सेवा कर। अज इस तरह है ना, इस तरह की कोई सोच है। पर जदों मैं इस वचन को पढ़ रहा सी, मैनूं एक स्टोरी जो असलीयत दे विच है इस वचन दे नाल याद आती है। वो है 16 नवंबर 1985 नूं दक्षिणी अमेरिका दे कोलंबिया दा आसमोरो शहर चिक्कड़ दे भद्दे अते पिघलदी हुई बर्फ अते ज्वालामुखी विस्फोटा द्वारा पैदा किए गए लावे नाल नष्ट हो गया। कारण बहुते लोग, कई लोग कहते हैं परमेश्वर ने इदां दा क्यों किया? कारण की है? बाइबल बार बार अपने लोगों को चेताउंदी है, मन फिराओ, मन फिराओ, तौबा करो। हुण जिहड़े शरीर नाश हो गए उन्होंने मन फिराउण का मौका नहीं। और मैं देखता हाँ जदों वो विनाश हो गए, उस घटना मैं पढ़ रहा सा, तो उस घटना दे विच आउण वाले विनाश दियां बहुत सारियां चेतावनियां दित्तियां जा रही, पर स्पष्ट रूप विच इन्हां चेतावनियां उत्ते ध्यान ना दिता गया। मैं जदों कैरल दे विच जाना तो उत्थे जदों समुंदर दे विच जांदे आ, तूफान आता है, तो बार बार उत्थे शिप्स घूमदे आ अते कहंदे आ मछुआरिਆਂ ਨੂੰ
ਤੁਸੀਂ ਸਮੁੰਦਰ ਦੇ ਵਿੱਚ ਨਾ ਜਾਓ, ਉੱਥੇ ਹੁਣ ਇਸ ਵੇਲੇ ਬਹੁਤ ਵੱਡਾ ਤੂਫਾਨ ਆ ਰਿਹਾ। ਪਰ ਕਈ ਮਛੁਆਰੇ ਮੰਨਦੇ ਨਹੀਂ। ਜਦੋਂ ਵਿੱਚ ਰੁੜ ਜਾਂਦੇ ਆ, ਮਰ ਜਾਂਦੇ ਆ, ਫਿਰ ਸਰਕਾਰਾਂ ਕੋਲੋਂ ਉਹ ਉਸ ਦਾ ਮੁਆਵਜ਼ਾ ਮੰਗਦੇ। ਪਰ ਚੇਤਾਵਨੀ ਦਿੱਤੀ ਜਾ ਰਹੀ ਬਾਈਬਲ ਦੇ ਵਿੱਚ ਹਿਜ਼ਕੀਏਲ ਨਬੀ ਦੇ ਰਾਹੀਂ ਜਦੋਂ ਅਸੀਂ 3 ਅਧਿਆਏ ਪੜ੍ਹਦੇ ਹਾਂ ਤਾਂ ਲਿਖਿਆ ਹੈ ਕਿ ਪਹਿਰੂਆ ਦਿਨ ਰਾਤ ਇਹ ਆਵਾਜ਼ ਦੇ ਰਿਹਾ ਹੈ, ਸਾਵਧਾਨ, ਜਾਗਦੇ ਰਹੋ। ਸਾਡੇ ਘਰਾਂ ਦੇ ਆਲੇ ਦੁਆਲੇ ਵੀ ਪਹਿਰਾ ਲੱਗਦਾ ਹੈ, ਇਹੀ ਗੱਲ ਕਹਿੰਦੇ ਆ, ਜਾਗਦੇ ਰਹੋ, ਜਾਗਦੇ ਰਹੋ। ਇਹਦਾ ਮੀਨਿੰਗ ਕੀ ਹੈ? ਆਪਣੇ ਜੀਵਨ ਦੇ ਪ੍ਰਤੀ ਅਸੀਂ ਸਜਗ ਹੋਣਾ ਹੈ, ਜਿਹੜਾ ਉਸ ਪਰਮੇਸ਼ਵਰ ਨੇ ਮੈਨੂੰ ਦਿੱਤਾ ਹੈ ਕਿ ਮੈਂ ਇਸ ਨੂੰ ਪਰਮੇਸ਼ਵਰ ਦੀ ਭਗਤੀ ਦੇ ਲਈ ਸੁਰੱਖਿਅਤ ਕਰਾਂ। ਪਰਮੇਸ਼ਵਰ ਨੇ ਅੱਜ ਤੋਂ 2000 ਸਾਲ ਪਹਿਲਾਂ ਇਸ ਗੱਲ ਨੂੰ ਪ੍ਰਕਾਸ਼ਿਤ ਕੀਤਾ। 700 ਸਾਲ ਪਹਿਲਾਂ ਉਸਨੇ ਭਵਿੱਖਬਾਣੀਆਂ ਕੀਤੀਆਂ ਕਿ ਤੁਹਾਡੇ ਲਈ ਇੱਕ ਬਾਲਕ ਜੰਮੇਗਾ, ਉਹਦਾ ਨਾਮ ਇਮੈਨੂਅਲ ਸਦਾਇਆ ਜਾਵੇਗਾ, ਉਹ ਆਪਣੇ ਲੋਕਾਂ ਨੂੰ ਪਾਪਾਂ ਤੋਂ ਬਚਾਵੇਗਾ। ਇਸ ਦਾ ਮਤਲਬ ਪਰਮੇਸ਼ਵਰ ਸਰਬੱਤ ਮਨੁੱਖ ਜਾਤੀ ਦੀ ਚਿੰਤਾ ਕਰਦਾ ਹੈ ਅਤੇ ਉਹਨਾਂ ਨੂੰ ਸਮੇਂ-ਸਮੇਂ ਸਿਰ ਚੇਤਾਵਨੀਆਂ ਦਿੰਦਾ ਹੈ। ਜਦੋਂ ਅਸੀਂ ਉਸ ਦੇ ਉੱਤੇ ਨਿਹਚਾ ਨਹੀਂ ਕਰਦੇ, ਅਸੀਂ ਨਾਸ਼ ਹੋ ਜਾਂਦੇ ਹਾਂ। ਮੈਂ ਜਦੋਂ ਦਿੱਲੀ ਦੇ ਵਿੱਚ ਸਾਂ, ਸੇਵਾ ਦੇ ਖੇਤਰ ਦੇ ਵਿੱਚ ਮੈਨੂੰ ਇੱਕ ਖੇਤਰ ਦਿੱਤਾ ਗਿਆ ਸੀ, ਮਾਈਗ੍ਰੇਨ ਪੀਪਲਸ ਜੋ ਆਪਣਾ ਕੰਮ ਕਰਦੇ ਆ ਉਹਨਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨਾ। ਜਦੋਂ ਮੈਂ ਉੱਥੇ ਉਹ ਦਿੱਲੀ ਦੇ ਸਫਦਰਜੰਗ ਹਸਪੀਟਲ ਦੇ ਵਿੱਚ ਸੀ, ਔਰ ਜਦੋਂ ਮੈਂ ਉਸ ਜਗ੍ਹਾ ਦੇ ਉੱਤੇ ਪ੍ਰਚਾਰ ਕਰਨ ਗਿਆ ਤਾਂ ਉੱਥੇ ਇੱਕ ਮਾਤਾ, ਉਸਦੇ ਕੁਝ ਪਲ ਸੀ, ਬਾਕੀ ਸਾਰੇ ਉੱਥੇ ਖੜੇ ਸੀ। ਤਾਂ ਮੈਂ ਉਹਨਾਂ ਦੇ ਵਿੱਚ ਜਾ ਕੇ ਮੈਂ ਕਿਹਾ ਕਿ ਤੁਹਾਨੂੰ ਇੱਕ ਆਤਮਿਕ ਜੀਵਨ ਦੀ ਖੁਸ਼ੀ ਮੈਂ ਆਪ ਨੂੰ ਦੇਣਾ ਚਾਹੁੰਦਾ, ਕਿ ਤੁਸੀਂ ਸੁਣਨਾ ਚਾਹੁੰਦੇ, ਲੈਣਾ ਚਾਹੁੰਦੇ? ਤਾਂ ਉਸ ਬਜ਼ੁਰਗ ਨੇ ਸਿਰ ਹਿਲਾਇਆ ਕਿ ਮੈਂ ਇਸ ਨੂੰ ਸੁਣਨਾ ਚਾਹੁੰਦੀ ਹਾਂ। ਬਾਕੀ ਸਾਰੇ ਲੋਕ ਖੜੇ ਰਹੇ। ਮੈਂ ਉੱਥੇ ਜਾ ਕੇ ਉਹਨਾਂ ਨੂੰ ਯਹੋਨਾ 3:16 ਤੋਂ ਪਰਮੇਸ਼ਵਰ ਦੀ ਬੇਅੰਤ ਅਨੰਤ ਯੋਜਨਾ ਨੂੰ ਉਹਨਾਂ ਦੇ ਵਿੱਚ ਪ੍ਰਗਟ ਕੀਤਾ ਕਿ ਪਰਮੇਸ਼ਵਰ ਸਰਬੱਤ ਮਨੁੱਖ ਜਾਤੀ ਦੇ ਲਈ ਉਸਨੇ ਉਪਰਾਲਾ ਕੀਤਾ ਹੈ। ਉਸਨੇ ਸਰਬੱਤ ਮਨੁੱਖ ਜਾਤੀ ਦੇ ਪਾਪਾਂ ਦੇ ਲਈ ਕਾਲਵਰੀ ਕਰੂਸ ਦੇ ਉੱਤੇ ਆਪਣੇ ਪਿਆਰੇ ਬੇਟੇ ਪ੍ਰਭੂ ਯਿਸੂ ਮਸੀਹ ਨੂੰ ਬਲੀਦਾਨ ਹੋਣ ਦੇ ਲਈ ਦੇ ਦਿੱਤਾ। ਉਹ ਮਾਰਿਆ ਗਿਆ, ਦਫਨ ਕੀਤਾ ਗਿਆ ਅਤੇ ਤੀਸਰੇ ਦਿਹਾੜੇ ਜੀ ਉੱਠਿਆ। ਜੋ ਉਸ ਤੇ ਇਸ ਮਹਾਨ ਬਲੀਦਾਨ ਦੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਕਦੇ ਨਹੀਂ ਮਰਦਾ, ਕਿਉਂਕਿ ਬਾਣੀ ਦੇ ਵਿੱਚ ਲਿਖਿਆ ਹੈ ਜਿਸ ਨੇ ਵਿਸ਼ਵਾਸ ਕੀਤਾ ਜੇ ਉਹ ਮਰ ਵੀ ਜਾਵੇ ਤਾਂ ਵੀ ਜੀਵੇਗਾ। ਇਹਦਾ ਮਤਲਬ ਕਦੋਂ ਜੀਵੇ? ਜਦੋਂ ਪ੍ਰਭੂ ਉਹਨਾਂ ਨੂੰ ਬਦਲਾਂ ਤੇ ਲੈਣ ਲਈ ਆਵੇਗਾ। ਪਰਮੇਸ਼ਵਰ ਮਨੁੱਖ ਜਾਤੀ ਦੀ ਚਿੰਤਾ ਦੇ ਪ੍ਰਤੀ ਉਹਨਾਂ ਦੇ ਲਈ ਉਸਨੇ ਕੰਮ ਕੀਤਾ। ਹੁਣ ਜੇ ਉਹ ਸੇਵਕ ਲੋਕ ਉਹਨਾਂ ਨੂੰ ਸੁਣਾਉਂਦੇ ਆ, ਉਹਨਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ, ਉਹਨਾਂ ਦੇ ਦੱਸੇ ਹੋਏ ਹੁਕਮਾਂ ਦੇ ਉੱਤੇ ਨਹੀਂ ਚੱਲਦੇ, ਉਹਨਾਂ ਦੇ ਦੱਸੇ ਹੋਏ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਤਾਂ ਉਹ ਆਪਣੀ ਜ਼ਿੰਦਗੀ ਦਾ ਆਪ ਨੁਕਸਾਨ ਉਠਾਉਂਦੇ। ਇਸ ਜਵਾਲਾਮੁਖੀ ਦੇ ਬਾਰੇ ਵੀ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਅਮਰੀਕਾ ਦੇ, ਪਰ ਨਹੀਂ ਕੀਤਾ। ਉਹ ਪੂਰਾ ਸ਼ਹਿਰ ਤਬਾਹ ਹੋ ਗਿਆ, ਕਿਸੇ ਨੂੰ ਮੌਕਾ ਨਹੀਂ ਮਿਲਿਆ। ਔਰ ਮੈਂ ਸਮਝਦਾ ਹਾਂ ਘੱਟੋ ਘੱਟ ਉਸ ਸ਼ਹਿਰ ਦੇ ਵਿੱਚ 25,000 ਜਾਨਾਂ ਦਾ ਨੁਕਸਾਨ ਹੋ ਗਿਆ। ਚੇਤਾਵਨੀ ਨਾ ਸੁਣੋ ਮੇਰੇ ਪਿਆਰੋ। ਆਪ ਦੇ ਕੋਲ ਵੀ, ਆਪ ਦੇ ਨੇੜੇ ਪਰਮੇਸ਼ਵਰ ਦੇ ਦਾਸ ਆਪ ਨੂੰ ਬੋਲ ਬੋਲ ਕੇ ਇਹ ਆਖਦੇ ਹੋਣਗੇ, ਤੌਬਾ ਕਰੋ, ਸਵਰਗ ਦਾ ਰਾਜ ਨੇੜੇ ਹੈ। ਤੌਬਾ ਕਰੋ, ਪ੍ਰਭੂ ਯਿਸੂ ਮਸੀਹ ਆਉਣ ਵਾਲਾ ਹੈ, ਤਾਂ ਕਿ ਤੁਸੀਂ ਸੁਰੱਖਿਅਤ ਹੋ ਜਾਓ। ਪਰਮੇਸ਼ਵਰ ਚਿੰਤਤ ਹੈ, ਉਸਨੇ ਆਪਣੇ ਲੋਕਾਂ ਨੂੰ ਆਪ ਦੇ ਵਿੱਚ ਘੱਲਿਆ ਹੈ ਕਿ ਤੁਸੀਂ ਵਿਸ਼ਵਾਸ ਕਰੋ। ਆਪ ਦੇ ਕੋਲ ਮੇਰੀ ਆਵਾਜ਼ ਪਹੁੰਚ ਰਹੀ ਹੈ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰੋ,
नाश ना हो। क्योंकि इत्थे लिखिया है प्रभु यीशु मसीह का यह जिहड़ा वचन है ये कई बार साडे दिल नूं झंझोड़दा है। की कहंदा वेखो तुहाडा घर तुहाडे लई उजाड़ छड्डिया जांदा। इहदा मतलब परमेश्वर का जो भवन है उजाड़ छड्डिया जांदा यीशु मसीह के समय में। ਇਹਦਾ मतलब आत्मिक मंदिर जे तुसी नहीं सुनोगे, जे तुसी उसके उत्ते विश्वास नहीं करोगे, परमेश्वर दे कीते हुए उपकार दे उत्ते तुसी नीचा नहीं करोगे तो ये उजाड़ हो जाए, तो ये सदीपक मौत दे विच चला जाएगा, जिथे हमेशा हमेशा दी मौत है, जिथे दा कीड़ा मरदा नहीं और जिथे दी अग बुझदी नहीं, उत्थे रोना अते खचीचिया वटना होगा। प्यारो परमेश्वर चेतावनी दिंदा है, उस दे नाल मेरी अते आप दी चिंता करदा है, ताकि तुसी तौबा करो, अपने जीवन नूं उस स्वर्ग राज दे लई सुनिश्चित करो जिस दे लई उसने अपने प्यारे पुत्र नूं कालवरी क्रूस दे उत्ते मेरे लई दे के वो अपना मारिया गया, दफन किया गया ते तीसरे दिहाड़े जी उठिया कि उस विच मैं अपने जीवन नूं सदीपक जीवन दे नाल प्राप्त करा। जदों आवे तां मैं उस दे नाल जावां। जद असीं बाइबल पढ़दे हां तां असीं परमेश्वर वालों उसते लोकां अर्थात इसराइल लई मिलदियां जुलदियां बेनतियां नूं पढ़दे हां। कई मौकिਆਂ उत्ते उसने इसराइल नूं मूर्तियां ते उन्हां दियां गलत रीतां तो आग्याकारिता तो अपने वाल मोड़न लई किया, पर उन्होंने ना सुनिया। कई विश्वासी हजे भी व्यभिचार के काम दे विच फसे हुए, कई विश्वासी हजे भी परमेश्वर नूं उहदे घर दे विच धोखा देण दे अपने चक्करां दे विच फसे हुए। पता है एतवार नूं असीं की करना है, पता है एतवार नूं साडे लई की काम है, फिर भी उन्हां दे कोल उज़र बहाने पहला हुंदे और फिर इस तरह दी गलतियां करके वो परमेश्वर की मेज दे विच किते मैनू अपना लोग गलत निगाह नाल उस दे विच सम्मिलित हो जाते। और कई तां ऐडां दियां चोर बाजारियां करके गलत काम करके परमेश्वर दे वचन नूं खड़ के दिंदे है। मैनू नहीं समझ आता उन्हां दे विच परमेश्वर दा खौफ है या नहीं। इसराइलियां नूं जदों अपना चेतावनी दित्ती जांदी सी तां उन्हां नूं दंड, पर अंत दे विच दंड मिलेगा, उत्थे कोई उज़र बहाना नहीं होगा। ये जदों मैं इस गल नूं पढ़ रहा सी, इस गल दे उत्ते ध्यान कर रहा सी, कहंदा मैं किन्नी वार चाहया जो तेरे वारकां नूं उस तरह इकट्ठे करा जिस तरह कुकड़ी अपने बच्चों नूं खंभा हेठ कट्टी इकट्ठा करती है। बार बार तुहाडे कोल लोग आंदे आ, ओ भाई मन फरा लो, तुसी प्रभु दे घर दे विच अपना सिद्धे अते सच्चे मन दे नाल जाओ, सफाई दे नाल जाओ, पवित्रता दे नाल जाओ, शांति दे नाल जाओ, आनंद दे नाल। पर ये गल हुंदी नहीं, वो कोई गल कोई हो जाती है अपने दिल दे विच रख के परमेश्वर दे घर तो दूरी बना लैंदी। यारो इत्थे परमेश्वर बार बार सानू सिखांदा, पर असीं मुड़दे नहीं। जदों असीं मुड़दे नहीं, असीं ढीठ हो जांदे हां, तो बाइबल दसदी है, कहती है तुसी अपने पापां विच आप मरोगे। उत्थे परमेश्वर दोषी नहीं, उत्थे परमेश्वर दा दास दोषी नहीं, उत्थे परमेश्वर दे नबी दोषी नहीं, उत्थे तुसी दोषी हो जिन्हां ने परमेश्वर दे वचन नूं सुणदे होए, परमेश्वर दे वचन नूं जाणदे होए, परमेश्वर दे वचन दे बोध नूं अपने जीवन विच समझदे होए उस दा इकरार नहीं कीता, तां दोष तुहाडे उत्ते। इसलिए नतीजे वजों उन्होंने हार अते नाश का मूँह देखना पिया। उन्हां दे परमेश्वर का ताड़ना देण वाला हथ उन्हां उत्ते धरिया गया। इत्थे किसी नूं ताड़ दे लै मैनूं ताड़ता, मैं तो चलिया, मैं तो जाना, पर वो परमेश्वर की उस चिंता नूं, परमेश्वर के उस वड्डे दिल नूं भुल जांदे है जिसने मेरे पाप दे लई इन्ना वड्डा काम अपने इकलौते नूं जिहड़ा स्वर्ग दे विच प्यारा सी, जिहड़ा पवित्र सी, जिहड़ा महिमा दे स्वरूप दे विच पाया जांदा सी, उसने मेरे बदले उसनूं दिता। असीं उस ताड़ना नूं नहीं समझदे, असीं परमेश्वर दे उस वचन नूं अपने जीवन दे विच स्वीकार नहीं करदे। आपां इसराइल उत्ते उंगल चुकण तो काले ना होईए।
परमेश्वर ने सानू भी चेतावनी दी। असी जिन्ने बैठे हैं सानू भी चेतावनी दी ते साडी ताई भी बेनती की, पिता इन्हां नूं माफ कर, ये नहीं जानते की करते। बेनती कीतियां ने मेरे ते आप दे लिए। जदों यूहन्ना दी अंजील लूका दी अंजील उसका असी 23 अध्याय उसकी 34 आयत पढ़ते हैं। प्यारो, मैं आपनूं दसना चाहता, मेरे भाई अते भैन, बच्चे अते बजुर्ग, मैं आपनूं दसना चाहता, परमेश्वर की चेतावनी साडे जीवन च आउंदी है तो असी उसनूं तौबा दे रूप दे विच स्वीकार करके परमेश्वर दे राज दे लई अपनी आत्मिक जीवन नूं सुरੱਖਿਅਤ कर लईए, जिथे असी परमेश्वर दे नाल हमेशा हमेशा दे लई राज करना। इसलिए परमेश्वर मेरे अते आप दे विच उन्हां भाई भैणां दे विच जिन्हां ने परमेश्वर नूं नहीं जाणिया, उन्हां दे दिल दे बूहे तो खटखटा रहा है। जदों असी प्रकाश की पोथी 3:20 पढ़ते हैं, वो खटखटा रहा है, वो कह रहा है कि तुसी अपने दिल का बूहा खोलो, मैं तुहाडे अंदर आके तुहाडे नाल संगत करांगा अते तुहानूं मैं संगत देंगा कि तुसी अपने जीवन दे विच परमेश्वर दियां सब प्रकार दियां आत्मिक बरकतां अपने जीवन विच प्राप्त कर सुरੱਖਿਅਤ हो जा। परमेश्वर चाहता है, इसलिए परमेश्वर चाहता है असी चेते करिए कि असा अपने आप तो किस तो दूरी बना रखी है, परमेश्वर तो या अपने आप दे जीवन तो। आओ तौबा करिए अते प्रभु वाल मुड़िए अते जिउंदे रहिए। परमेश्वर चाहता है कि आप उसके वाल आओ अते अपने जीवन नूं सुरੱਖਿਅਤ कर लो। प्रभु आप सब नूं इस तरह करन दे लई मदद करे। जय मसीह दी। मारा नाम।